ਤਾਂ ਐਸਵਾਈਐਲ ਦੇ ਮੁੱਦੇ ਦੀ ਗੂੰਜ ਇੱਕ ਵਾਰ ਫਿਰ ਤੋਂ ਸੁਣਾਈ ਦੇ ਰਹੀ ਹੈ, ਪਰ ਇਸ ਸਭ ਦੇ ਵਿਚਾਲੇ ਐਸਵਾਈਐਲ ਦੇ ਉੱਤੇ ਹਰਿਆਣਾ ਸਰਕਾਰ ਤੇ ਕਾਂਗਰਸ ਪਲਟਵਾਰ ਕਰ ਰਹੀ ਹੈ, ਜਿਹਾਂ ਤੇ ਇਲਜ਼ਾਮ ਲਗਾਏ ਜਾ ਰਹੇ ਨੇ ਕਿ ਅੰਦੋਲਨ ਜੋ ਕਿਸਾਨਾਂ ਦਾ ਚੱਲ ਰਿਹਾ ਉਸ ਨੂੰ ਭਟਕਾਉਣ ਦੇ ਲਈ ਬੀਜੇਪੀ ਇਹ ਬਿਆਨਬਾਜ਼ੀ ਕਰ ਰਹੀ ਹੈ। ਬਲਬੀਰ ਸਿੱਧੂ ਸੂਬੇ ਦੇ ਸਿਹਤ ਮੰਤਰੀ ਨੇ ਉਹਨਾਂ ਦੇ ਵੱਲੋਂ ਇਹ ਬਿਆਨ ਦਿੱਤਾ ਗਿਆ। ਉਹਨਾਂ ਨੇ ਕਿਹਾ ਕਿ ਕਿਸਾਨਾਂ ਦੇ ਵਿੱਚ ਫੁੱਟ ਪੈਦਾ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਪਹਿਲਾਂ ਵੀ ਸਾਫ਼ ਕੀਤਾ ਕਿ ਪੰਜਾਬ ਦੇ ਕੋਲ ਵਾਧੂ ਪਾਣੀ ਨਹੀਂ ਹੈ, ਅਸੀਂ ਨਹੀਂ ਦੇ ਸਕਦੇ, ਪਾਣੀ ਦਾ ਰਿਵਿਊ ਕਰੋ, ਸਾਨੂੰ ਵੀ ਮਿਲੇ ਯਮਨਾ ਦਾ ਪਾਣੀ, ਇਹ ਵੀ ਮੰਗ ਰੱਖੀ ਜਾ ਰਹੀ ਹੈ। ਹੁਣ ਲਗਾਤਾਰ ਪੰਜਾਬ ਦੇ ਆਗੂਆਂ ਦੇ ਵੱਲੋਂ ਤਾਂ ਪੰਜਾਬ ਕਾਂਗਰਸ, ਪੰਜਾਬ ਸਰਕਾਰ ਦਾ ਤੁਸੀਂ ਇਸ ਨੂੰ ਬਿਆਨ ਕਹਿ ਸਕਦੇ ਹੋ, ਬਲਬੀਰ ਸਿੱਧੂ ਦੇ ਵੱਲੋਂ ਸਟੇਟਮੈਂਟ ਦਿੱਤੀ ਗਈ ਹੈ ਤੇ ਉਹ ਇੱਕ ਵਾਰ ਫਿਰ ਤੋਂ ਕਹਿ ਰਹੇ ਨੇ ਕਿ ਨਹੀਂ, ਸਾਡੇ ਕੋਲ ਪਾਣੀ ਨਹੀਂ ਹੈ। ਅੰਦੋਲਨ ਨੂੰ ਭਟਕਾਉਣ ਦੀ, ਅੰਦੋਲਨਕਾਰੀਆਂ ਦੇ ਵਿਚਾਲੇ ਫੁੱਟ ਪਾਉਣ ਦੀ ਕੋਸ਼ਿਸ਼ ਬੀਜੇਪੀ ਦੇ ਵੱਲੋਂ ਕੀਤੀ ਜਾ ਰਹੀ ਹੈ। ਦੇ ਤੌਰ ਤੇ ਇਹ ਬੜਾ ਇੱਕ ਹਾਸੋਹੀਣਾ ਬਿਆਨ ਹੈ ਕਿ ਇਹ ਸਿਰਫ ਤੇ ਸਿਰਫ ਜਿਹੜੀ ਕਿਸਾਨ ਐਜੀਟੇਸ਼ਨ ਹੈ ਉਹਨੂੰ ਟਾਰਪੀਡੋ ਕਰਨ ਦਾ ਇੱਕ ਮੈਂ ਕਹਿੰਦਾ ਵੀ ਉਹਦੇ ਉੱਤੇ ਹਮਲਾ ਹੈਗਾ। ਤੇ ਅਸੀਂ ਤਾਂ ਪਹਿਲਾਂ ਵੀ ਕਹਿ ਚੁੱਕੇ ਹਾਂ ਵੀ ਅਸੀਂ ਪਾਣੀਆਂ ਦਾ ਜਿਹੜਾ ਸਿਸਟਮ ਹੈ ਸਾਰੇ ਨੂੰ ਸਿਰੇ ਤੋਂ ਰਿਵਿਊ ਕਰ ਲਿਆ ਜਾਵੇ। ਜੋ ਜਮਨਾ 'ਚ ਪੰਜਾਬ ਦਾ ਸਿਰ ਜਦੋਂ ਇਹ ਪਾਣੀਆਂ ਦੀ ਵੰਡ ਹੋਈ ਹੈ ਜਾਂ ਹੋਰ ਹੋਇਆ ਹੈ, ਉਸ ਵੇਲੇ ਸਾਡੇ ਨਾਲ ਬੇਇਨਸਾਫੀ ਹੋਈ ਹੈ ਪੰਜਾਬ ਦੇ ਨਾਲ, ਔਰ ਸਾਡੇ ਕੋਲ ਤਾਂ ਇੱਕ ਤੁਪਕਾ ਪਾਣੀ ਦਾ ਨਹੀਂ ਹੈ। ਔਰ ਜਿੰਨਾ ਜਮਨਾ ਦਾ ਪਾਣੀ ਹੈ ਸਾਰੇ ਪਾਣੀਆਂ ਦਰਿਆਵਾਂ ਨੂੰ ਮਿਲਾ ਲਓ, ਉਸਕੇ ਬਾਅਦ ਅਸੀਂ ਸਾਨੂੰ ਕੋਈ ਇਤਰਾਜ਼ ਨਹੀਂ, ਲੇਕਿਨ ਜਮਨਾ ਦਾ ਪਾਣੀ ਸਾਨੂੰ ਦੇਣ, ਸਾਡਾ ਸ਼ੇਅਰ ਬਣ ਜਿੰਨਾ ਬਣਦਾ ਪੰਜਾਬ ਦਾ ਉਹ ਸਾਨੂੰ ਮਿਲਣਾ ਚਾਹੀਦਾ। ਔਰ ਉਹ ਬਾਕੀ ਦਰਿਆਵਾਂ ਦਾ ਉਹ ਸਾਡੇ ਕੋਲ ਪਾਣੀ ਕਿੱਦਾਂ ਸਕਦਾ। ਸਾਡੇ ਕੋਲ ਜੋ ਇਸ ਵੇਲੇ ਪੰਜਾਬ ਦੀ ਰਿਕੁਆਇਰਮੈਂਟ ਹੈ, ਸਾਡੇ ਕੋਲ 1 ਲੱਖ ਏਕੜ ਜ਼ਮੀਨ ਹੈ, ਉਹਨਾਂ ਕੋਲ 80,000 ਕਿੱਲਾ ਜ਼ਮੀਨ ਹੈ, ਤੇ ਅਸੀਂ ਉਹਨਾਂ ਨੂੰ ਕਿੱਦਾਂ ਆਪਣਾ ਪਾਣੀ ਦੇ ਸਕਦੇ ਹਾਂ। ਸਾਡੇ ਕੋਲ ਪਾਣੀ ਦੇਣੇ ਤੇ ਸਿਰਫ ਇਹ ਜਿਹੜਾ ਬਿਆਨ ਹੈ ਇੱਕ ਸਿਆਸੀ ਸਟੰਟ ਹੈ, ਪਲੱਸ ਕਿਸਾਨਾਂ ਨੂੰ ਗੁੰਮਰਾਹ ਕਰਨ ਵਾਸਤੇ ਉਹਨਾਂ ਨੇ ਬਿਆਨ ਦਿੱਤਾ ਜਿਹੜਾ ਕਿ ਤਾਂ ਬਲਬੀਰ ਸਿੱਧੂ ਸਾਫ਼ ਕਹਿ ਰਹੇ ਨੇ, ਇੱਕ ਵਾਰ ਫਿਰ ਤੋਂ ਉਹ ਕਹਿ ਰਹੇ ਨੇ ਕਿ ਅਸੀਂ ਸਪਸ਼ਟ ਹੈ ਸਾਡਾ ਸਟੈਂਡ ਕਿ ਪੰਜਾਬ ਦੇ ਕੋਲ ਵਾਧੂ ਪਾਣੀ ਨਹੀਂ ਹੈ। ਤੇ ਦੂਜੇ ਪਾਸੇ ਇਲਜ਼ਾਮ ਉਹਨਾਂ ਨੇ ਇਹ ਵੀ ਲਗਾਏ ਕਿ ਭਟਕਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਕਿਸਾਨੀ ਅੰਦੋਲਨ ਦੇ ਵਿਚਾਲੇ ਜਦੋਂ ਇਸ ਤਰੀਕੇ ਦਾ ਮੁੱਦਾ ਉੱਠੇ, ਕਿਉਂਕਿ ਇਹ ਪਹਿਲਾਂ ਵੀ ਸ਼ੁਰੂਆਤੀ ਦਿਨਾਂ ਜਦੋਂ ਤੁਹਾਨੂੰ ਯਾਦ ਹੋਏਗਾ ਕਿ ਦਿੱਲੀ ਪਹੁੰਚਿਆ ਸੀ ਪੂਰਾ ਅੰਦੋਲਨ, ਤਾਂ ਉਸ ਵਿਚਾਲੇ ਵੀ ਐਸਵਾਈਐਲ ਦਾ ਮੁੱਦਾ ਜ਼ਰੂਰ ਉੱਠਦਾ ਹੋਇਆ ਨਜ਼ਰ ਆਇਆ ਸੀ। ਤੇ ਇਸ ਵਿਚਾਲੇ ਇੱਕ ਵਾਰ ਫਿਰ ਤੋਂ ਐਸਵਾਈਐਲ ਦੀ ਗੂੰਜ ਸੁਣਾਈ ਦੇ ਰਹੀ ਹੈ। ਖੇਤੀਬਾੜੀ ਮੰਤਰੀ ਹਰਿਆਣਾ ਦੇ ਉਹ ਜ਼ਿਕਰ ਕਰ ਰਹੇ ਨੇ ਕਿ ਹਰਿਆਣਾ ਦੀ ਪਿਆਸ ਐਸਵਾਈਐਲ ਦੇ ਪਾਣੀ ਦੇ ਨਾਲ ਹੀ ਬੁਝੇਗੀ ਤੇ ਕਿਸਾਨਾਂ ਨੂੰ, ਹਰਿਆਣਾ ਦੇ ਕਿਸਾਨਾਂ ਨੂੰ ਅਪੀਲ ਕਰ ਰਹੇ ਨੇ ਕਿ ਤੁਸੀਂ ਵੀ ਸਰਕਾਰ ਦਾ ਸਾਥ ਦਿਵੋ ਤਾਂ ਕਿ ਐਸਵਾਈਐਲ ਦਾ ਜਿਹੜਾ ਪਾਣੀ ਹੈ ਉਹ ਪੰਜਾਬ ਤੋਂ ਲਿਆ ਜਾ ਸਕੇ, ਐਸਵਾਈਐਲ ਦੇ ਜ਼ਰੀਏ ਪਾਣੀ ਹਰਿਆਣਾ ਦਾ ਪੰਜਾਬ ਤੋਂ ਆ ਸਕੇ। ਇਸ ਸਮੇਂ ਸਾਡੇ ਨਾਲ ਫੋਨ ਲਾਈਨ ਦੇ ਉੱਤੇ ਕਾਂਗਰਸੀ ਆਗੂ, ਕਾਂਗਰਸ ਦੇ ਸੀਨੀਅਰ ਆਗੂ ਨੇ ਰਮਨ ਬਾਲਾ ਸੁਬਰਮਨਿਅਮ ਜੀ, ਉਹ ਜੁੜ ਰਹੇ ਨੇ। ਰਮਨ ਜੀ, ਸਵਾਗਤ ਹੈ ਤੁਹਾਡਾ। ਹਰਿਆਣਾ ਵਾਲੇ ਪਾਣੀ ਮੰਗ ਰਹੇ ਨੇ ਇੱਕ ਵਾਰ ਫਿਰ ਤੋਂ। ਮੈਂ ਕਿ ਬੀਜੇਪੀ ਪੂਰੀ ਤਰ੍ਹਾਂ ਸ਼ਰਾਰਤ ਤੇ ਉਤਰੀ ਹੋਈ ਹੈਗੀ ਹੈ। ਅੱਜ ਦੀ ਡੇਟ ਦੇ ਵਿੱਚ ਹਿੰਦੁਸਤਾਨ ਦੇ ਵਿੱਚ ਐਡੇ ਐਡੇ ਵੱਡੇ ਮੁੱਦੇ ਜਿਹੜੇ ਦੋ ਖੜੇ ਹੋਏ ਹੈ, ਇੱਕ ਤਾਂ ਬੋਇਲਿੰਗ ਆਫ ਆਇਲ ਪ੍ਰਾਈਸਿਸ ਔਰ ਦੂਜਾ ਜਿਹੜਾ ਵਾ ਕਿਸਾਨਾਂ ਦਾ ਜਿਹੜਾ ਮੁੱਦਾ ਹੈਗਾ ਵਾ। ਉਹਨਾਂ ਨੂੰ ਕਹੋ ਕਿ ਵੀ ਇਹ ਪਹਿਲਾਂ ਤੇ ਇਸ ਤੇ ਤਾਂ ਆਪਣੇ ਆਪ ਨੂੰ ਕਲੈਰਿਟੀ ਕਰ ਲੈਣ। ਉਹਨਾਂ ਦੀ ਜਿਹੜੀ ਵਿੱਤ ਮੰਤਰੀ ਜਿਹੜੀ ਹੈਗੀ ਹੈ ਉਸ ਨੂੰ ਇਹ ਨਹੀਂ ਪਤਾ ਹੈਗਾ ਵਾ ਕਿ ਵੀ ਲੋਅਰ ਇਨਕਮ ਗਰੁੱਪ ਕੀ ਹੁੰਦਾ ਵਾ। ਉਹ 6 ਲੱਖ ਤੋਂ ਥੱਲੇ ਵਾਲੇ ਨੂੰ ਸਮਝਦੀ ਪਈ ਹੈ ਵੀ ਉਹ ਲੋਅਰ ਇਨਕਮ ਗਰੁੱਪ 6 ਲੱਖ ਹੈ, ਵੀ ਹਿੰਦੁਸਤਾਨ 'ਚ ਹਰ ਬੰਦਾ 6 ਲੱਖ ਘੱਟੋ ਘੱਟ ਕਰਾਉਂਦਾ ਵਾ। ਉਸ ਨੂੰ ਇਹ ਨਹੀਂ ਪਤਾ ਇਹਨਾਂ ਨੂੰ ਕਿ ਵੀ ਕਿਹੜੀਆਂ ਸਾਡੇ ਅੱਜ ਦੀ ਡੇਟ 'ਚ ਇਸ਼ੂਜ਼ ਹੈਗੇ ਨੇ। ਮੇਰੀ ਬੇਨਤੀ ਇਹ ਹੈ ਕਿ ਵੀ ਆਪਾਂ ਇਹ ਵੀ ਮੀਡੀਆ ਵੀ ਜਿਹੜਾ ਵਾ ਇਸ ਤੇ ਉਹਨਾਂ ਨੂੰ ਕਾਊਂਟਰ ਕੁਐਸਚਨ ਕਰੋ ਕਿ ਤੁਸੀਂ ਐਸਵਾਈਐਲ ਦੇ ਤਾਂ ਤੁਸੀਂ ਇਸ਼ੂ ਹੈਗਾ ਵਾ, ਉਹ ਪੈਂਡਿੰਗ ਹੈ, ਉਹਦੇ ਤੇ ਗੱਲਾਂ ਬਾਤਾਂ ਚੱਲ ਰਹੀਆਂ ਵਾ, ਉਹਦੇ ਤੇ ਡੈਲੀਬਰੇਸ਼ਨਸ ਹੋ ਰਹੀਆਂ ਵਾ, ਔਰ ਕਾਂਗਰਸ ਪਾਰਟੀ ਦਾ ਤੇ ਕਾਂਗਰਸ ਔਰ ਸਰਕਾਰ ਦਾ ਸਟੈਂਡ ਹੈ ਵਾ ਕਿ ਵੀ ਸਾਡੇ ਕੋਲ ਤਾਂ ਇੱਕ ਬੂੰਦ ਵੀ ਪਾਣੀ ਦਾ ਹੈ ਨਹੀਂਗਾ। ਮੇਰਾ ਫੇਰ ਕਹਿਣ ਨੂੰ ਮਕਸਦ ਹੈ ਵੀ ਇਹ ਤੁਸੀਂ ਨਾ ਇਹ ਭੜਕਾਉਣ ਵਾਲੀਆਂ ਗੱਲਾਂ ਕਰਨ, ਉੱਥੇ ਲੋਕਾਂ ਨੂੰ ਪਾੜ ਪਵਾਉਂਦੇ ਪਏ ਹੋ। ਕਿਉਂ ਤੁਸੀਂ ਕਿਸਾਨਾਂ ਨੂੰ ਲੜਾਉਣ ਦੀ ਗੱਲ ਕਰਦੇ ਪਏ ਹੋ? ਉਹ ਤੁਸੀਂ ਕਿਉਂ ਲੜਾ? ਇਹ ਚੀਜ਼ਾਂ ਜਿਹੜੀਆਂ ਮੈਂ ਉਹ ਤੁਹਾਨੂੰ ਇਹ ਸਾਨੂੰ ਬਹੁਤ ਬੁਰਾ ਸਿੱਟਾ ਨਿਕਲੇਗਾ। ਤੁਸੀਂ ਜਿਹੜੇ ਮੇਨ ਇਸ਼ੂ ਅੱਜ ਦੀ ਡੇਟ 'ਚ ਭਖਦੇ ਹੈਗੇ ਆ, ਬੇਰੁਜ਼ਗਾਰੀ, ਅਨਇੰਪਲੋਇਮੈਂਟ, ਜਿਹੜਾ ਲਾਈਵਲੀਹੁੱਡ ਦਾ ਕ੍ਰਾਈਸਿਸ, ਬਿਜ਼ਨਸ ਦਾ ਕ੍ਰਾਈਸਿਸ, GDP ਦਾ ਡਾਊਨਫਾਲ, ਇਹ ਵਾਲੇ ਇਸ਼ੂ ਜਿਹੜੇ ਆ ਇਹਨਾਂ ਤੇ ਤਾਂ ਵੀ ਕੋਈ ਕਰਦੇ। ਤੁਸੀਂ ਨਿਲਾਮ ਕਰ ਹਿੰਦੁਸਤਾਨ ਨੂੰ ਬਣਾ ਦਿੱਤਾ ਵਾ। ਹਰੇਕ ਚੀਜ਼ ਜਿਹੜੀ ਹੈ ਸਾਡੀ ਫੈਮਿਲੀ ਸਿਲਵਰ ਹੈ, ਸਾਰਾ ਵਿੱਚ ਤੇ ਲੱਗਿਆ ਹੋਇਆ। ਇਸ ਸਮੇਂ ਸਾਡੇ ਨਾਲ ਹਰਿਆਣਾ बीजेपी ਦੇ ਸੀਨੀਅਰ ਲੀਡਰ ਨੇ प्रवीण अत्रे जी, वो भी फोन लाइन पे है ने। प्रवीण जी, स्वागत है आपका भी। देखिए, हरियाणा में एसवाईएल के मुद्दे का इस समय एक बार फिर से चर्चा हो रही है, लेकिन पंजाब कांग्रेस स्पष्ट कर रही है। रमन जी हमारे साथ फोन लाइन पर है, वो कह रहे हैं कि भड़काने की कोशिश आप कर रहे हैं, डीरेल करना चाहते हैं आप आंदोलन को, किसानी आंदोलन को। देखिए, ऐसा है, सबसे पहले तो शुक्ला जी, रमन जी को भी इस बात को समझना चाहिए
कि हरियाणा के किसान के विषय में अगर हम अपनी चिंता करते हैं, हरियाणा के किसान का जो विशेष मुद्दा है, जब उसकी हम बात करते हैं तो वो भड़काने वाली बात किस दृष्टि से हुई? तो इस हिसाब से तो जो भूपेंद्र सिंह हुड्डा जो है SYL की जब बात करते हैं तो क्या वो भी किसानों को भड़का रहे हैं? समझना ये है कि हरियाणा का किसान अपने हक के पानी का इंतजार पिछले 5 दशक से कर रहा है, और वो पानी पंजाब का नहीं है। पहले तो रमन जी को ये समझना है, वो हरियाणा को बंटवारे के दौरान उसके हक का पानी मिला था, जिसको हरियाणा का किसान मांग रहा है। और मांगने की वजह यह है कि शायद रमन जी को हरियाणा की भौगोलिक स्थिति की जानकारी नहीं है। भौगोलिक स्थिति में भी हरियाणा एक ऐसा प्रदेश है जहां पे बारिश कम होती है। लगभग 3.5 लाख हेक्टेयर धरती हरियाणा की ऐसी है जो पानी की कमी की वजह से बंजर पड़ी हुई है। हरियाणा का किसान ये उम्मीद करता है कि मेरे हिस्से का पानी मुझे मिले, जिससे कि मैं अपनी जमीन में खेती कर सकूं। तो मुझे नहीं लगता कि कांग्रेसी मित्र जब पंजाब में जाके खड़े होते हैं तो वो इस तरह की बयानबाजी क्यों करते हैं। समझना ये है कि जब बीजेपी वाले भी पंजाब बीजेपी का भी करते अपना हैं, स्टैंड तो है ना, वो हमें भी SYL के मुद्दे के ऊपर अलग पूरा स्टैंड लेती है आपसे, वो हरियाणा बीजेपी से। लेकिन प्रवीण जी, जानना तो ये चाहते हैं कि ये जरूरत अब क्यों लग रही है SYL की? एक बार किसानों का जो पूरा आंदोलन है, हरियाणा वाले भी वहां गए हुए हैं कि एक बार वो खत्म हो जाए, उसके बाद इन मुद्दों के ऊपर बात होनी चाहिए। वो यही कह रहे हैं कि हरियाणा और पंजाब के किसानों को बांटने की कोशिश है आपकी। शुक्ला जी, मुझे एक बात बताएं, जब हम चर्चा किसान पे कर रहे हैं, जब हम चर्चा किसान से जुड़े विषयों पे कर रहे हैं, जब हम चर्चा किसान से संबंधित हर बिंदु पे कर रहे हैं, तो SYL पे चर्चा क्यों ना हो भाई? मुझे एक बात बताइए, क्या SYL का पानी किसान की जरूरत नहीं है? क्या SYL के पानी का इंतजार हरियाणा का किसान नहीं कर रहा है? तो उस पर चर्चा क्यों ना हो? मुझे यह समझना पड़ेगा, क्यों बाइफरकेट करना चाहते हैं? हम रिएक्शन ले लेते हैं रमन जी। ਉਹ ਕਹਿੰਦੇ ਨੇ ਕਿ ਜਦੋਂ ਹਰ ਮੁੱਦੇ ਉੱਤੇ ਕਿਸਾਨਾਂ ਦੀ ਗੱਲ ਹੋ ਰਹੀ ਹੈ ਤੇ ਫਿਰ ਪੰਜਾਬ ਤੇ ਹਰਿਆਣਾ ਦੇ ਕਿਸਾਨਾਂ ਦਾ ਜ਼ਿਕਰ ਹੈ, ਹਰਿਆਣਾ ਦੇ ਕਿਸਾਨ ਦਾ ਜ਼ਿਕਰ ਕਿਉਂ ਨਾ ਹੋਵੇ ਜਿਨ੍ਹਾਂ ਨੂੰ ਪਾਣੀ ਨਹੀਂ ਮਿਲ ਰਿਹਾ? ਐਪਰੀਸ਼ੀਏਟ ਕਰਦਾ ਮੈਂ ਇਹ ਗੱਲ ਕਹਿ ਰਿਹਾ ਮੈਂ ਵੀ ਉਹਦੇ ਨਾਲ ਜਿਹੜੇ ਬਾਕੀ ਇਸ਼ੂਜ਼ ਹੈਗੇ ਉਹ ਨਾਲ ਹੀ ਡਿਸਕਸ ਕਰ ਲਓ। ਮੈਂ ਪਹਿਲਾਂ ਵੀ ਇਹ ਪ੍ਰਵੀਨ ਜੀ ਜਿਹੜੇ ਬੀਜੇਪੀ ਦੇ, ਮੈਨੂੰ ਬੀਜੇਪੀ ਸਾਨੂੰ ਸਾਰੀ ਚੀਜ਼ਾਂ ਪਤਾ ਵਾ, ਤੁਸੀਂ ਇਹ ਨਾ ਸਮਝਿਆ ਕਰੋ ਕਿ ਵੀ ਬੀਜੇਪੀ ਨੂੰ ਸਾਰੀ ਚੀਜ਼ਾਂ ਪਤਾ ਵਾ। ਇਹ ਇੱਕ ਗੱਲ ਬੜੀ ਕਲੀਅਰ ਹੈ, ਇਹਨਾਂ ਨੂੰ ਤਾਜ਼ਾ ਜਿਹੜਾ ਵਾ ਬਰੋਡਾ ਦੇ ਜਿਹੜਾ ਉਪ ਚੁਣਾਵ ਸੀ ਉਹਦੇ ਚ ਕਿਸਾਨਾਂ ਨੇ ਇਹਨਾਂ ਨੂੰ ਰਿਜੈਕਟ ਕੀਤਾ ਵਾ। ਇਹਨਾਂ ਕੋਲ ਵੀ ਕਿਸਾਨਾਂ ਦੀ ਉੱਥੋਂ ਦੀ ਐਸੋਸੀਏਸ਼ਨ ਦੇ ਥਰੂ ਇਹਨਾਂ ਨੂੰ ਸਾਨੂੰ ਇਹ ਇਸ਼ੂ ਰੇਜ਼ ਕਰਕੇ ਦਿਖਾ ਦੇਣ। ਇਹਨਾਂ ਨੇ ਤਾਂ ਇਹ ਤਾਂ ਬਿਲਕੁਲ ਉੱਥੇ ਜਿਹੜੀ ਹੈਗੀ ਹੈ ਲੋਕਾਂ ਦੀ ਜਨਤਾ ਦੀ ਜਿਹੜੀ ਹੈ ਨਕਾਰੇ ਜਾ ਚੁੱਕੇ ਹੋਏ ਨੇ। ਇਹ ਤਾਂ ਵਿਸਾਖੀ ਤੇ ਬੈਠੇ ਨੇ, ਕਦੋਂ ਇਹ ਡਿੱਗ ਜਾਣੀ ਸਰਕਾਰ, ਇਹਨਾਂ ਦੀ ਤਾਂ ਗੱਲ ਹੀ ਹੈ ਨਹੀਂ ਗੀ। ਤੁਸੀਂ ਮੈਂ ਬਿਲਕੁਲ ਸਿੰਪਲ ਇਹਨਾਂ ਨੂੰ ਤੁਹਾਨੂੰ ਗੱਲ ਕਹਿਣ ਦੀ ਕੋਸ਼ਿਸ਼ ਕਰਦਾ ਪਿਆ ਮੈਂ ਵੀ ਇਸ ਟਾਈਮ ਪੋਲਿਟਿਕਸ ਨਾ ਕਰੋ। ਬਿਲਕੁਲ ਇਹ ਇਸ਼ੂ ਹੈ, ਅੰਡਰ ਕੰਸੀਡਰੇਸ਼ਨ ਹੈ, ਜ਼ਰੂਰ ਰੇਜ਼ ਕਰੋ। ਇਹ ਇਸ਼ੂ ਰਿਜ਼ੋਲਵ ਕਰਨਾ ਚਾਹੀਦਾ ਵਾ, ਸਾਰੇ ਅਸੀਂ ਵੀ ਕਹਿੰਦੇ ਵੀ ਰਿਜ਼ੋਲਵ ਹੋਣਾ ਚਾਹੀਦਾ ਵਾ, ਹੋ ਜਾਏਗਾ ਰਿਜ਼ੋਲਵ। ਪਰ ਤੁਸੀਂ ਜਿਹੜੇ ਬਾਕੀ ਦੇ ਇਸ਼ੂਜ਼ ਹੈਗੇ, ਜਿਹੜੇ ਕਿਸਾਨ ਦਾ ਜਿਹੜਾ ਬਿੱਲ, ਇਹ ਜਿਹੜਾ ਪਹਿਲਾ ਬਿੱਲ ਵਾਲਾ ਮਸਲਾ ਹੈ ਉਹਨੂੰ ਤਾਂ ਰਿਜ਼ੋਲਵ ਕਰ ਦਿਓ। ਤੁਸੀਂ ਕਹਿੰਦੇ ਹੋ ਕਿ ਅਲੱਗ-ਅਲੱਗ ਦੋਵਾਂ ਤੇ ਗੱਲਬਾਤ ਕਰੀਏ। रीपील कर दे मैंने इस देखिए ऐसा है, ये पहले तो इन भाई को यही नहीं पता कि हरियाणा की ज्योग्राफिकल स्थिति क्या है। और भाई ये जो बड़ौदा उपचुनाव का जिक्र कर रहे हैं, अरे भाई इनको चुप करवाओ यार, इनको पहले समझाओ कि चर्चा जब कर रहे हो तो अपना हौसला रखें और सुने जरा प्यार। अरे भाई ऐसा है, चिल्ला के क्या साबित करोगे भाई तुम? क्या साबित करोगे चिल्ला के? अगर आप कहते हो कि SYL का विषय अंडर कंसीडरेशन है तो आप कैप्टन अमरिंदर साहब से कहवा दीजिए पंजाब पानी के लिए तैयार है। इस तरह से आप अपना उल्लू सीधा करने की कोशिश कर रहे हैं किसान भाइयों के कंधे का उपयोग करके। आपने पंजाब के किसान भाइयों को झूठ बोल के भ्रम में डाल के जिस तरह की कोशिशें की है, आप एक बात समझ लीजिए कि किसान इन चीजों को समझ रहा है, धीरे धीरे जागृति आ रही है। और आपकी स्थिति मुझे हैरानी तब होती है जब कैप्टन अमरिंदर को कुछ और बोलते हैं, प्रवक्ता साहब को कुछ और बोलते हैं। जाने वाली है, अगर आपको लगता है कि SYL अंडर कंसीडरेशन है तो कैप्टन साहब को बयान दिलवाइए। देखिए कांग्रेस के प्रवक्ता ये कह रहे हैं कि अगर आपको लगता है कि पंजाब में गुमराह कर दिया तो आप हरियाणा वालों को समझा लीजिए। शुक्ला जी, मैं ये कह रहा हूँ, पहले तो इस भाई को चुप करवाएं जिससे कि चिल्ला रमन जी प्लीज, मैं थोड़ा रहा हूँ, लगता है मैं थोड़ा रिएक्शन दूंगा रमन जी, थोड़ा समय दो 20 सेकंड। प्रवीण जी देखिए, मैं शुक्ला जी ये कह रहा हूँ कि ये भाई ये कह रहे हैं कि SYL का विषय अंडर कंसीडरेशन है। इन्होंने कहा, मैंने नहीं कहा। इनको बोलिए कि आप कैप्टन साहब से ये बयान दिलवा दीजिए कि पंजाब पानी देने के लिए तैयार है, तो ये मुद्दा यही खत्म हो जाएगा। फिर बाकी विषयों पे चर्चा कर लेंगे, उसमें क्या दिक्कत है, कहवाइए उनसे। ठीक है, लेकिन आप केवल राजनीति करके हरियाणा के किसान को उसके हक से महरूम करना चाहते हैं, तो हरियाणा का किसान कैसे बर्दाश्त करेगा?
ठीक है। और दूसरी बात इनको समझा देता हूं, रमन जी, जो जिस एक क्षेत्र में हरियाणा के ये पानी जाना है ना, आप वहां जाके देखिए, आपको पता लगेगा। वो बड़ौदा नहीं है वो क्षेत्र है साउथ हरियाणा, वो क्षेत्र है रिवाड़ी, महेंद्रगढ़। इस क्षेत्र में जाके देखिए एक बार, आपको पता लगेगा। ठीक है सर, रिएक्शन ले लूं मैं। रमन जी, पहली बात तो सर, आप कोई जो प्रवक्ता ऐसे लेके आए जिनको कुछ समझ हो, बचकाना सी देखिए कितने इंटेलिजेंट आदमी है ये। भाई सारा ज्ञान तो आपके पास है। सुनो यार, बाकी दुनिया तो ऐसी घूम रही है यहाँ पे। चुप करके ठीक है सुनो सर, थोड़ी सी चुप भाषा करके क्या आप शब्दों की बात मर्यादा करने की रखें। तमीज नहीं है, चुप आपसे करके कौन सुनो। चर्चा करेगा? जितने बड़े चुप ज्ञानी आप करके बनने की सुनो। कोशिश कर रहे हो, अगर चुप इतनी करके जानकारी सुनो। आपके पास हरियाणा की होती तो आप इस तरह की टिप्पणियां करते? अरे भाई, मैं आपको आपके पता है हरियाणा के किसान ही वहाँ पे बॉर्डरों पे बैठे हैं भाई। अरे भाई, ऐसा है, भूपेंद्र सिंह हुड्डा ने जिस दिन अपने कार्यकर्ताओं को ये कहा वर्करों को किसान नहीं कि रोक आप रहे वहाँ हैं। पे आइए, आप केवल कांग्रेस के कार्यकर्ताओं को हरियाणा के किसान समझते हैं क्या? आप क्या बात कर रहे हरियाणा हैं? के अंदर 16.5 लाख किसान परिवार है मित्र, केवल कांग्रेस का कार्यकर्ता किसान चलिए नहीं रमन जी, एक बार है। रिएक्शन ले लें, उनका ना समय बहुत कम है हमारे पास। रमन जी, ਗੌਰਵ ਜੀ, ਪਹਿਲੀ ਗੱਲ ਤਾਂ ਇਹਨਾਂ ਦੇ ਕਿਸਾਨ ਹੀ ਜਿਹੜੇ ਆ, ਇਹਨਾਂ ਦੇ ਸੀਐਮ ਨੂੰ ਨਹੀਂ ਉਤਰਨ ਦਿੰਦੇ, ਇਹਨਾਂ ਦੇ ਕਿਸਾਨ ਇਹਨਾਂ ਦੇ ਡਿਪਟੀ ਸੀਐਮ ਨੂੰ ਨਹੀਂ ਵੜਨ ਦਿੰਦੇ, ਇਹਨਾਂ ਦੇ ਕਿਸਾਨ ਹੈਗੇ ਜਿਹੜੇ ਪੰਜਾਬ ਦੇ ਕਿਸਾਨ ਤਾਂ ਹੈ ਨਹੀਂਗੇ। ਨੰਬਰ 1 ਨੰਬਰ 2, ਮੈਂ ਤਾਂ ਇਹ ਗੱਲ ਕਹਿਣਾ ਪਿਆ ਮੈਂ ਵੀ ਤੁਸੀਂ ਜਿਹੜਾ ਇਸ਼ੂ ਇਸ ਟਾਈਮ ਸਾਰਿਆਂ ਨਾਲੋਂ ਪੱਖਿਆ ਹੋਇਆ ਵਾ ਉਸ ਨੂੰ ਤਾਂ ਰਿਜ਼ੋਲਵ ਕਰ ਲਓ। ਉਹ ਤਾਂ ਤੁਹਾਨੂੰ ਗੱਲ ਨਹੀਂ ਸਮਝ ਆਉਂਦੀ ਪਈ, ਨਾ ਇਹਨਾਂ ਦੇ ਪ੍ਰਧਾਨ ਮੰਤਰੀ ਨੂੰ ਸਮਝ ਆ ਰਹੀ ਹੈ, ਨਾ ਇਹਨਾਂ ਦੇ ਖੇਤੀ ਮੰਤਰੀ ਨੂੰ ਸਮਝ ਆ ਰਹੀ ਹੈ। ਇਹਨਾਂ ਨੇ ਮਜ਼ਾਕ ਬਣਾ ਕੇ ਰੱਖਤਾ ਹਿੰਦੁਸਤਾਨ ਸਾਰਾ। ਇਹਨਾਂ ਨੇ ਸਾਰਾ ਹਿੰਦੁਸਤਾਨ ਨੂੰ ਜਿਹੜਾ ਵਾ ਅੱਗ ਲਾਉਣ ਦੀ ਕੋਸ਼ਿਸ਼ ਕਰਦੇ ਪਏ ਆ। ਇਹਨਾਂ ਨੂੰ ਸਬਕ ਸਿੱਖ ਜਾਣਾ। ਮੈਂ ਐਵੇਂ ਇਹਨਾਂ ਦੀ ਗੱਲਾਂ ਦੇ ਵਿੱਚੋਂ ਦੀ ਆਪਾਂ ਨੂੰ ਬਾਲੀ ਗੱਲ ਕਰਨ ਦੀ ਲੋੜ ਨਹੀਂ ਕੀ। ਇਹਨਾਂ ਨੂੰ ਕੋਈ ਵੀ ਇਲੈਕਸ਼ਨ ਤੁਸੀਂ ਹੁਣ ਉੱਥੇ ਰੈਫਰੈਂਡਮ ਕਰਾ ਲਓ ਹਰਿਆਣੇ ਦੇ ਵਿੱਚ ਜਿਹੜੇ ਇਸ਼ੂਸ ਤੇ ਤੁਹਾਨੂੰ ਕਲੀਅਰ ਹੋ ਜਾਣਾ ਵਾ। ਜੇ ਤੁਹਾਡੇ 'ਚ ਦਮ ਹੋਇਆ ਤੇ ਜੋ ਕਰਾ ਲਓ। ਤੁਹਾਨੂੰ ਤਾਂ ਕਿਸਾਨ ਨਕਾਰ ਚੁੱਕੇ ਆ, ਤੁਸੀਂ ਤਾਂ ਬਿਲਕੁਲ ਬੇਕਾਰ ਪਾਰਟੀ ਹੋ ਚੁੱਕੇ ਹੋ। ਐਵੇਂ ਹੁਣ ਤੁਸੀਂ ਉੱਥੇ ਡੰਡਾਬੰਦੀ ਕਰਦੇ ਪਏ ਹੋ, ਤੁਹਾਡੇ ਪੱਲੇ ਕੱਖ ਰਿਹਾ ਨਹੀਂਗਾ। ਇਹਨਾਂ ਦੇ ਪੱਲੇ ਕੱਖ ਰਿਹਾ ਨਹੀਂਗਾ। ਜਨਤਾ ਜਬ प्रवीण जी, थोड़ा सा इंतजार आप रिएक्शन करिए, हमें वाइंड अप करना होगा इसे। ਤੁਹਾਡਾ ਹਾਲ ਕੀ ਹੋਣਾ ਪੰਜਾਬ ਦੇ ਵਿੱਚ? ਤੁਹਾਡਾ बीजेपी ਦਾ वैसे कुछ नहीं बचा। सोच के देखिए राहुल गांधी को क्यों छोड़ना पड़ा यूपी, क्यों गए वो केरला? सोच के देखिए थोड़ा सा। केवल चैनल पे बोलने से काम नहीं चलेगा। चलो ठीक है सर, अपने को इशू ਜਿਹੜਾ ਹੈ ਐਸਵਾਈਐਲ ਦਾ ਸੀ। ਪ੍ਰਵੀਨ ਜੀ ਆਪਕਾ ਧੰਨਵਾਦ, ਮੇਰੇ ਪਾਸ ਸਮੇਂ ਖਤਮ ਹੋ ਚਲਾ ਹੈ। ਰਮਨ ਜੀ ਤੁਹਾਡਾ ਵੀ ਧੰਨਵਾਦ ਸਾਡੇ ਨਾਲ ਜੁੜਨ ਦੇ ਲਈ, ਇਸ ਪੂਰੀ ਗੱਲਬਾਤ ਦੇ ਲਈ। ਤਾਂ ਪੂਰਾ ਇਸ਼ੂ ਐਸਵਾਈਐਲ ਦੀ ਗੂੰਜ ਜਿਹੜੀ ਸੁਣਾਈ ਦੇ ਰਹੀ ਹੈ ਉਸ ਦੇ ਉੱਤੇ ਅਸੀਂ ਗੱਲਬਾਤ ਕਰਨ ਦੀ ਕੋਸ਼ਿਸ਼ ਕਰ ਰਹੇ ਹਾਂ। ਪੰਜਾਬ ਕਾਂਗਰਸ ਦੇ ਨੁਮਾਇੰਦੇ ਜਾਂ ਕਹੀਏ ਕਿ ਪੰਜਾਬ ਕਾਂਗਰਸ ਕਹਿ ਰਹੀ ਹੈ ਕਿ ਤੁਸੀਂ ਮੁੱਦਿਆਂ ਉੱਤੇ ਗੱਲਬਾਤ ਇਸ ਸਮੇਂ ਵੱਖ-ਵੱਖ ਤੇ ਹੋ ਰਹੀ ਹੈ ਤਾਂ ਕਿਸਾਨੀ ਅੰਦੋਲਨ ਦਾ ਪਹਿਲਾਂ ਇੱਕ ਵਾਰੀ ਖਤਮ ਹੋਣ ਦਿਓ, ਉਸ ਤੋਂ ਬਾਅਦ ਜਾਇਓ। ਬੀਜੇਪੀ ਤੇ ਇਲਜ਼ਾਮ ਨੇ ਕਿ ਉਹ ਵੰਡਣ ਦੀ ਕੋਸ਼ਿਸ਼ ਕਰ ਰਹੇ ਨੇ ਕਿਸਾਨਾਂ ਨੂੰ, ਜਿਹੜੇ ਪੰਜਾਬ ਹਰਿਆਣਾ ਦੇ ਦਿੱਲੀ ਬਾਰਡਰ ਤੇ ਇਕੱਠੇ ਨਜ਼ਰ ਆਉਂਦੇ ਨੇ। ਦੂਜੇ ਪਾਸੇ ਬੀਜੇਪੀ, ਹਰਿਆਣਾ ਬੀਜੇਪੀ ਦਾ ਤਰਕ ਇਹ ਹੈ ਕਿ ਜਦੋਂ ਕਿਸਾਨਾਂ ਦੇ ਮੁੱਦੇ ਉੱਤੇ ਗੱਲਬਾਤ ਹੋ ਰਹੀ ਹੈ ਤਾਂ ਹਰਿਆਣਾ ਦੇ ਕਿਸਾਨਾਂ ਦਾ ਪਾਣੀ ਵਾਲਾ ਵੀ ਇਸ਼ੂ ਹੈ, ਉਸ ਦੇ ਉੱਤੇ ਗੱਲਬਾਤ ਵੀ ਹੋਣੀ ਚਾਹੀਦੀ ਹੈ। ਇਸ ਕਰਕੇ ਅਸੀਂ ਐਸਵਾਈਐਲ ਦਾ ਮੁੱਦਾ ਚੁੱਕ ਰਹੇ ਹਾਂ। ਖੈਰ ਦੋਵੇਂ ਇਸ਼ੂ ਬਹੁਤ ਅਹਿਮ ਨੇ, ਇੰਪੋਰਟੈਂਟ ਨੇ ਤੇ ਦੇਖਣਾ ਹੋਵੇਗਾ ਹੱਲ ਕਿਵੇਂ ਨਿਕਲਦਾ, ਕਿਉਂਕਿ ਐਸਵਾਈਐਲ ਦਾ ਮੁੱਦਾ ਤਾਂ ਬਹੁਤ ਪੁਰਾਣਾ, ਕਈ ਦਹਾਕੇ ਪੁਰਾਣਾ ਹੁਣ ਦੋਵੇਂ ਸੂਬਿਆਂ ਦੇ ਵਿਚਾਲੇ ਰੇੜਕੇ ਦੀ ਵਜ੍ਹਾ ਜੋ ਬਣਿਆ ਹੋਇਆ ਕਈ ਦਹਾਕਿਆਂ ਪੁਰਾਣਾ ਹੈ। ਪਰ ਇਹ ਸਭ ਦੇ ਵਿਚਾਲੇ ਨਜ਼ਰਾਂ ਲਾਜ਼ਮੀ ਤੌਰ ਦੇ ਉੱਤੇ ਜਿਹੜਾ ਖੇਤੀ ਕਾਨੂੰਨ ਨੇ ਉਹਨਾਂ ਦੇ ਉੱਤੇ ਹੈ ਕਿ ਇਹ ਕਦੋਂ ਹੱਲ ਹੁੰਦੇ ਨੇ।